ਅੱਜ ਆਪਾਂ ਕਰਨਾ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ ਲੀਡਰਸ਼ਿਪ ਟੌਪਿਕ। ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਕੋਈ ਵੀ ਬੰਦਾ ਐਂਟਰਪ੍ਰੇਨਿਓਰ ਉਦੋਂ ਤੱਕ ਨਹੀਂ ਬਣ ਸਕਦਾ ਜਦ ਤੱਕ ਉਹਦੇ 'ਚ ਇੱਕ ਐਬਿਲਿਟੀ ਨਾ ਹੋਵੇ ਕਿ ਦੂਜੇ ਪਰਸਨ ਨੂੰ ਗਾਈਡ ਕਰ ਸਕੇ। ਠੀਕ ਹੈ, ਲੀਡਰਸ਼ਿਪ ਕੀ ਇੱਕ ਅਥਾਰਟੀ ਹੁੰਦੀ ਜਿਹੜੀ ਐਕਸਾਈਜ਼ ਕਰਦੀ ਆ ਪਾਵਰ ਡਿਸੀਜਨ ਮੇਕਿੰਗ ਦੀ। ਠੀਕ ਹੈ, ਉਹ ਇਸ ਤਰ੍ਹਾਂ ਕੰਮ ਕਰਦੀ ਆ ਕਿ ਦੂਜੇ ਬੰਦੇ ਨੂੰ ਇਨਫਲੂਐਂਸ ਕਰਦੀ ਆ ਕਿ ਤੁਸੀਂ ਇਹ ਕੰਮ ਕਰਨੇ ਆ ਜਾਂ ਇਸ ਵੇ ਨਾਲ ਕਰਨੇ ਆ। ਦੂਜੇ ਬੰਦੇ ਨੂੰ ਮੋਟੀਵੇਟ ਕਰਦੀ ਹੈ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਅਚੀਵ ਕਰਨ ਦੇ ਲਈ। ਸੋ ਐਂਟਰਪ੍ਰੇਨਿਓਰ ਕਿ ਇੱਕ ਬਿਜ਼ਨਸਮੈਨ ਆ ਜਿਹੜਾ ਬਿਜ਼ਨਸ ਨੂੰ ਸਟਾਰਟ ਕਰਦਾ, ਬਿਜ਼ਨਸ ਦਾ ਓਨਰ ਆ, ਅਗਰ ਉਹ ਲੀਡ ਹੀ ਨਹੀਂ ਕਰ ਸਕਦਾ ਤਾਂ ਕਦੇ ਸਕਸੈਸਫੁਲ ਨਹੀਂ ਹੋ ਸਕਦਾ। ਇਸੇ ਲਈ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ ਆਪਾਂ ਲੀਡਰਸ਼ਿਪ ਚੈਪਟਰ ਪੜ੍ਹ ਰਹੇ ਹਾਂ। ਲੀਡਰਸ਼ਿਪ ਦੀਆਂ ਫੀਚਰਸ ਕੀ ਆ? ਸਭ ਤੋਂ ਪਹਿਲਾਂ ਪਰਸਨਲ ਸਕਿੱਲ। ਜਿਹੜੀ ਲੀਡਰਸ਼ਿਪ ਇੱਕ ਪਰਸਨਲ ਕੁਆਲਿਟੀ ਆ ਜਿਹੜੀ ਨੌਲੇਜ ਦੇ ਨਾਲ, ਐਕਸਪੀਰੀਅੰਸ ਦੇ ਨਾਲ ਜਾਂ ਪਰਸਨੈਲਿਟੀ ਦੇ ਕਰਕੇ ਹੁੰਦੀ ਹੈ। ਇੱਕ ਐਸੀ ਪਰਸਨਲ ਸਕਿੱਲ ਆ ਜਿਹਦੇ ਦੁਆਰਾ ਐਂਟਰਪ੍ਰੇਨਿਓਰ ਆਪਣੇ ਵਰਕਰਸ ਨੂੰ ਮੋਟੀਵੇਟ ਕਰਦਾ ਆ ਕਿ ਉਹ ਕੰਮ ਕਰਨ ਕੌਨਫੀਡੈਂਟਲੀ ਅਤੇ ਇੱਕ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਨੂੰ ਅਚੀਵ ਕਰਨ। ਪਰਸਨਲ ਕੁਆਲਿਟੀ ਹੀ ਹੈ ਕਿਉਂਕਿ ਹਰੇਕ ਬੰਦਾ ਲੀਡਰ ਨਹੀਂ ਬਣ ਸਕਦਾ। ਫੋਲੋਅਰ ਸੈਕਿੰਡ ਫੀਚਰ। ਲੀਡਰਸ਼ਿਪ ਸਿਰਫ ਤਾਂ ਹੀ ਹੋ ਸਕਦੀ ਹੈ ਅਗਰ ਉਹਨੂੰ ਕੋਈ ਬੰਦਾ ਫੋਲੋ ਕਰਨਾ ਚਾਹੁੰਦਾ ਹੋਵੇ। ਅਗਰ ਕੋਈ ਬੰਦਾ ਤੁਹਾਨੂੰ ਫੋਲੋ ਹੀ ਨਹੀਂ ਕਰਨਾ ਚਾਹੁੰਦਾ ਤਾਂ ਤੁਸੀਂ ਕਦੇ ਵੀ ਲੀਡਰ ਨਹੀਂ ਬਣ ਸਕਦੇ। ਠੀਕ ਆ, ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਐਸਾ ਪਰਸਨ ਇਸ ਟਾਈਮ 'ਚ ਵਿਊ ਕਰ ਲਓ ਜਿਹੜਾ ਲੀਡਰਸ਼ਿਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਲੋਕਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਟ ਉਹਨੂੰ ਕੋਈ ਫੋਲੋ ਹੀ ਨਹੀਂ ਕਰ ਰਿਹਾ। ਠੀਕ ਹੈ, ਤਾਂ ਲੀਡਰਸ਼ਿਪ ਵਿਦਾਊਟ ਫੋਲੋਅਰ ਦੇ ਨਹੀਂ ਪੋਸੀਬਲ। ਉਸ ਤੋਂ ਪ੍ਰੋਸੈਸ ਆਫ ਇਨਫਲੂਐਂਸ। ਲੀਡਰਸ਼ਿਪ ਕੀ ਹੈ? ਇੱਕ ਐਸਾ ਪ੍ਰੋਸੈਸ ਹੈ ਜਿਹਦੇ ਦੁਆਰਾ ਦੂਜੇ ਬੰਦਿਆਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਚੀਜ਼ ਉਹ ਕਰ ਰਿਹਾ ਹੈ ਉਹ ਸਹੀ ਆ, ਲੋਕਾਂ ਨੂੰ ਉਹ 'ਤੇ ਬਿਲੀਵ ਕਰਨਾ ਚਾਹੀਦਾ ਆ, ਜੋ ਕਹਿ ਰਿਹਾ ਉਸੇ ਤਰ੍ਹਾਂ ਉਹਨੂੰ ਕੰਮ ਕਰਨਾ ਚਾਹੀਦਾ। ਇਹ ਵੀ ਲੀਡਰਸ਼ਿਪ ਦਾ ਇੱਕ ਪਾਰਟ ਆ। ਉਸ ਤੋਂ ਬਾਅਦ ਅਟੇਨ ਕਰਨਾ ਐਂਟਰਪ੍ਰੇਨਿਓਰੀਅਲ ਓਬਜੈਕਟਿਵ। ਅਸੀਂ ਜਿਹੜੇ ਐਂਟਰਪ੍ਰੇਨਿਓਰ ਦੇ ਓਬਜੈਕਟਿਵ ਆ ਉਹ ਅਚੀਵ ਕਰਨੇ ਆ। ਲੀਡਰਸ਼ਿਪ ਐਗਜ਼ਿਸਟ ਹੁੰਦੀ ਹੈ ਸਿਰਫ ਇਸ ਲਈ ਕਿ ਜਿਹੜੇ ਕਾਮਨ ਗੋਲ ਨੇ ਆਰਗੇਨਾਈਜੇਸ਼ਨ ਦੇ, ਅਸੀਂ ਉਹਨੂੰ ਅਚੀਵ ਕਰ ਸਕੀਏ, ਆਪਣੇ ਫੋਲੋਅਰਸ ਨੂੰ ਮੋਟੀਵੇਟ ਕਰ ਸਕੀਏ, ਕਿਹੜੇ ਆਰਗੇਨਾਈਜੇਸ਼ਨ ਦੇ ਓਬਜੈਕਟਿਵ ਆ ਉਹ ਅਚੀਵ ਕਰੋ। ਜਿਵੇਂ ਅਸੀਂ ਆ ਤੁਹਾਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਆਪਣੀ ਜਿਹੜੀ ਸਟੱਡੀ ਆ ਉਹਨੂੰ ਇਸ ਤਰ੍ਹਾਂ ਕਰੋ ਕਿ ਤੁਸੀਂ ਨੌਲੇਜ ਗੇਨਸ ਕਰ ਸਕੋ ਤਾਂ ਜੋ ਤੁਸੀਂ ਆਉਣ ਵਾਲੇ ਫਿਊਚਰ 'ਚ ਵਧੀਆ ਜੋਬਸ ਲੈ ਸਕੋ। ਕਿਉਂਕਿ ਵਧੀਆ ਮਾਰਕਸ ਲੈਣੇ ਸੌਖੇ ਆ ਬਟ ਵਧੀਆ ਜੋਬ ਲੈਣੀ ਇੰਨੀ ਸੌਖੀ ਨਹੀਂ, ਉਹ ਨੌਲੇਜ 'ਤੇ ਡਿਪੈਂਡ ਕਰਦੀ। ਉਸ ਤੋਂ ਬਾਅਦ ਅਜ਼ੰਪਸ਼ਨ ਆਫ ਰਿਸਪੋਂਸੀਬਿਲਿਟੀ। ਜਿਹੜਾ ਵੀ ਬੰਦਾ ਲੀਡਰ ਬਣਦਾ ਉਹਨੂੰ ਰਿਸਪੋਂਸੀਬਿਲਿਟੀ ਲੈਣੀ ਹੀ ਪੈਂਦੀ ਹੈ। ਇੱਕ ਚੀਜ਼ ਸਮਝੋ, ਅਗਰ ਮੰਨ ਲਓ ਕੋਈ ਕੰਮ ਸਕਸੈਸਫੁਲ ਹੋ ਗਏ, ਤੁਸੀਂ ਕਿਸੇ ਚੀਜ਼ ਨੂੰ ਲੀਡ ਕਰ ਸਕਦੇ, ਤੁਹਾਨੂੰ ਕੀ ਮਿਲੂਗੀ? ਪ੍ਰੇਜ਼ ਮਿਲੂਗੀ, ਫੇਮ ਮਿਲੂਗਾ। ਬਟ ਅਗਰ ਤੁਸੀਂ ਉਸ ਚੀਜ਼ 'ਚ ਫੇਲ ਹੋ ਗਏ ਤਾਂ ਡਿਸਰਿਸਪੈਕਟ ਵੀ ਤੁਹਾਨੂੰ ਹੀ ਮਿਲੂਗੀ, ਤੁਹਾਨੂੰ ਹੀ ਕ੍ਰਿਟੀਸਾਈਜ਼ ਕੀਤਾ ਜਾਊਗਾ। ਠੀਕ ਆ, ਸੋ ਲੀਡਰਸ਼ਿਪ ਕੀ ਰਿਸਪੋਂਸੀਬਿਲਿਟੀ ਆ। ਔਰ ਇਸ ਤੋਂ ਇਲਾਵਾ ਹਰੇਕ ਕੀ ਚੀਜ਼ ਆ ਕਿ ਤੁਸੀਂ ਲੀਡਰ ਨੇ ਹਮੇਸ਼ਾ ਤਿਆਰ ਰਹਿਣਾ ਹਰੇਕ ਨਵੀਂ ਚੀਜ਼ ਨੂੰ ਐਕਸੈਪਟ ਕਰਨ ਦੇ ਲਈ, ਆਪਣੇ ਐਕਸ਼ਨਸ ਨੂੰ ਐਕਸੈਪਟ ਕਰਨ ਦੇ ਲਈ, ਆਪਣੇ ਫੋਲੋਅਰਸ ਦੇ ਐਕਸ਼ਨ ਨੂੰ ਐਕਸੈਪਟ ਕਰਨ ਲਈ। ਇੱਕ ਐਗਜ਼ਾਮਪਲ ਆ, ਮੈਨੂੰ ਹੁਣ ਪੋਲੀਟੀਸ਼ੀਅਨ ਦਾ ਨੇਮ ਨਹੀਂ ਯਾਦ ਆਉਂਦਾ, ਸ਼ਾਇਦ ਲਾਲ ਬਹਾਦਰ ਸ਼ਾਸਤਰੀ ਸੀਗੇ, ਰੇਲਵੇ 'ਚ ਸੀਗੇ। ਰੇਲਵੇ 'ਚ ਐਕਸੀਡੈਂਟ ਹੋ ਗਿਆ, ਉਹਨੇ ਬਿਨਾਂ ਕਹੇ ਬੰਦੇ ਨੇ ਅਸਤੀਫਾ ਦੇ ਤਾ। ਕਿਉਂ? ਕਿਉਂਕਿ ਉਹ ਮੰਨਦਾ ਸੀ ਕਿ ਰੇਲਵੇਜ਼ ਨੂੰ ਗਾਈਡ ਕਰਨਾ ਮੇਰੀ ਜ਼ਿੰਮੇਵਾਰੀ ਆ। ਅਗਰ ਰੇਲਵੇ 'ਚ ਕੋਈ ਵੀ ਚੀਜ਼ ਗਲਤ ਹੋਈ ਹੈ ਤਾਂ ਉਹਦੇ ਲਈ ਮੈਂ ਰਿਸਪੋਂਸੀਬਲ ਹਾਂ। ਠੀਕ ਹੈ, ਤਾਂ ਉਹਨੇ ਆਪਣੇ ਐਕਸ਼ਨਸ ਦੀ ਰਿਸਪੋਂਸੀਬਿਲਿਟੀ ਲਈ ਅਤੇ ਅਸਤੀਫਾ ਦਿੱਤਾ ਕਿ ਮੈਂ ਇਸ ਕੰਮ ਨੂੰ ਵਧੀਆ ਢੰਗ ਨਾਲ ਮੈਨੇਜ ਨਹੀਂ ਕਰ ਸਕਿਆ। ਡਾਇਨਾਮਿਕ ਨੇਚਰ। ਜਿਹੜਾ ਲੀਡਰਸ਼ਿਪ ਦਾ ਸਟਾਈਲ ਆ ਉਹ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਆ। ਅਗਰ ਲੀਡਰਸ਼ਿਪ ਦਾ ਸਟਾਈਲ ਅਕੋਰਡਿੰਗ ਟੂ ਦਾ ਸਿਚੁਏਸ਼ਨ ਚੇਂਜ ਨਹੀਂ ਹੋਇਆ ਤਾਂ ਲੀਡਰਸ਼ਿਪ ਫੇਲ ਹੋ ਜਾਊਗੀ। ਫੋਰ ਐਗਜ਼ਾਮਪਲ ਇਸ ਟਾਈਮ ਕਿਹੜਾ ਸਟਾਈਲ ਚੱਲ ਰਿਹਾ? ਡੈਮੋਕ੍ਰੈਟਿਕ। ਡੈਮੋਕ੍ਰੈਟਿਕ ਮਤਲਬ ਸਭ ਦੀ ਸਲਾਹ ਨਾਲ ਕਰਨਾ। ਆਟੋਕ੍ਰੈਟਿਕ ਹੁੰਦਾ ਕਿ ਆਪਣੀ ਹੀ ਮਰਜ਼ੀ ਕਰਨੀ। ਅਗਰ ਇਸ ਟਾਈਮ 'ਚ ਕੋਈ ਵੀ ਆਟੋਕ੍ਰੈਟਿਕ ਕਰੂਗਾ ਤਾਂ ਓਬਵੀਅਸਲੀ ਉਹ ਜ਼ਿਆਦਾ ਸਕਸੈਸਫੁਲ ਲੀਡਰ ਨਹੀਂ ਬਣ ਸਕਦਾ। ਸਾਰੇ ਐਂਟਰਪ੍ਰੇਨਿਓਰ ਲੀਡਰ ਹੋਣੇ ਜ਼ਰੂਰੀ ਨਹੀਂ ਹੈਗਾ, ਇਹ ਵੀ ਰਿਐਲਿਟੀ ਹੈ। ਤੁਸੀਂ ਆਪਣੇ ਆਸੇ ਪਾਸੇ ਦੇਖੋ, ਕਈਆਂ ਨੇ ਸਮਾਲ ਸਕੇਲ ਬਿਜ਼ਨਸ ਖੋਲ੍ਹੇ ਹੋਏ ਨੇ ਪਰ ਉਹ ਪ੍ਰੋਪਰਲੀ ਮੈਨੇਜ ਨਹੀਂ ਕਰ ਪਾਉਂਦੇ, ਜਿਹਦੇ ਕਰਕੇ ਉਹ ਫੇਲ ਹੋ ਜਾਂਦੇ ਨੇ। ਜਿਨ੍ਹਾਂ ਕੋਲ ਥੋੜ੍ਹਾ ਬਹੁਤ ਪੈਸਾ ਹੁੰਦਾ ਆ ਉਹ ਕੋਈ ਨਾ ਕੋਈ ਮੈਨੇਜਰ ਹਾਇਰ ਕਰ ਲੈਂਦੇ ਜਿਹੜਾ ਉਹਦੇ ਬਿਹਾਫ 'ਤੇ ਆਰਗੇਨਾਈਜੇਸ਼ਨ ਨੂੰ ਕੀ ਕਰਦਾ ਹੈ? ਲੀਡ। ਲੀਡਰਸ਼ਿਪ ਕੀ ਹੁੰਦੀ ਹੈ? ਫਾਰਮਲ ਵੀ ਹੁੰਦੀ ਹੈ। ਅਗਲਾ ਪੁਆਇੰਟ, ਲੀਡਰਸ਼ਿਪ ਇਨਫੋਰਮਲ ਵੀ ਹੁੰਦੀ ਹੈ। ਫਾਰਮਲ ਮੀਨਸ ਜਦੋਂ ਕੋਈ ਬੰਦਾ ਤੁਹਾਨੂੰ ਇਸ ਲਈ ਲੀਡ ਕਰ ਰਿਹਾ ਕਿਉਂਕਿ ਉਹਦੇ ਕੋਲ ਅਥਾਰਟੀ, ਉਹ ਤੁਹਾਡਾ ਬੌਸ ਆ। ਇਨਫੋਰਮਲ ਮੀਨਸ ਜਿਹਨੂੰ ਤੁਸੀਂ ਖੁਦ ਚੁਣਦੇ ਹੋ ਕਿ ਸਾਡੇ ਲਈ ਉਹ ਲੀਡ ਕਰੂਗਾ। ਜਿਵੇਂ ਫੋਰ ਐਗਜ਼ਾਮਪਲ ਇੱਕ ਪ੍ਰਿੰਸੀਪਲ ਆ ਜਿਹੜਾ ਉਹ ਕਾਲਜ ਨੂੰ ਲੀਡ ਕਰਦਾ ਹੈ ਤਾਂ ਉਹਦੀ ਫਾਰਮਲ ਲੀਡਰਸ਼ਿਪ ਆ। ਇੱਕ ਕਲਾਸ ਟੀਚਰ ਆ ਜਿਹੜੀ ਤੁਹਾਡੀ ਕਲਾਸ ਨੂੰ ਲੀਡ ਕਰਦਾ ਉਹਦੀ ਫਾਰਮਲ ਲੀਡਰਸ਼ਿਪ ਆ। ਤੁਸੀਂ ਆਪਣੀ ਕਲਾਸ ਦਾ ਕੋਈ ਮੋਨੀਟਰ ਚੂਜ਼ ਕਰ ਲੈਂਦੇ ਹੋ ਜਿਹੜਾ ਤੁਹਾਡੀਆਂ ਪ੍ਰੋਬਲਮਸ ਲੈ ਕੇ ਟੀਚਰ ਕੋਲੇ ਜਾਂਦਾ ਹੈ, ਉਹ ਇਨਫੋਰਮਲ ਲੀਡਰਸ਼ਿਪ। ਠੀਕ ਆ, ਨੈਕਸਟ ਆਪਣੇ ਕੋਲ ਕੀ ਆ? ਅਥਾਰਟੀ ਓਰੀਐਂਟਿਡ ਪ੍ਰੋਸੈਸ। ਜਿਹੜਾ ਲੀਡਰਸ਼ਿਪ ਆ ਉਹ ਇੱਕ ਅਥਾਰਟੀ ਓਰੀਐਂਟਿਡ ਪ੍ਰੋਸੈਸ ਆ। ਠੀਕ ਆ,
क्योंकि लीडरशिप कोई भी बंदा किसी बंदे ਨੂੰ ਲੀਡ ਉਦੋਂ ਹੀ ਕਰੂਗਾ ਅਗਰ ਉਹਦੇ ਕੋਲ ਉਸ ਪਰਸਨ ਨੂੰ ਲੀਡ ਕਰਨ ਦੀ ਪਾਵਰ ਹੈ। ਕਿਸੇ ਪਰਸਨ ਕੋਲ ਕੋਈ ਪਾਵਰ ਨਹੀਂ ਤਾਂ ਉਹ ਕਦੇ ਵੀ ਕਿਸੇ ਹੋਰ ਪਰਸਨ ਨੂੰ ਲੀਡ ਨਹੀਂ ਕਰ ਸਕਦਾ। ਤੁਸੀਂ ਮੈਨੂੰ ਖੁਦ ਦੱਸੋ ਕਿ ਆਪਾਂ ਕਿਸੇ ਪਰਸਨ ਦੀ ਗੱਲ ਸੁਣਦੇ ਹੋ, ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਤਾਂ ਕਦੇ ਵੀ ਨਹੀਂ ਸੁਣਦੀ। ਉਹ ਤਾਂ ਜਿਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਆਪਣੇ ਪੇਰੈਂਟਸ ਦੀ, ਆਪਣੇ ਟੀਚਰਸ ਦੀ, ਉਹਨਾਂ ਦੀ ਹੀ ਨਹੀਂ ਸੁਣਦੇ, ਕਿਸੇ ਹੋਰ ਦੀ ਕੀ ਸੁਣਨੀ ਹੈ। ਠੀਕ ਹੈ, ਜਦੋਂ ਤੱਕ ਤੁਹਾਡੇ 'ਤੇ ਸਿਰ 'ਤੇ ਕੋਈ ਡਰ ਨਹੀਂ, ਕੋਈ ਪਾਵਰ ਨਹੀਂ, ਕੋਈ ਤੁਹਾਨੂੰ ਅਥੋਰਿਟੀ ਨਹੀਂ ਹੈਗੀ, ਉਦੋਂ ਤੱਕ ਤੁਸੀਂ ਕਿਸੇ ਵੀ ਪਰਸਨ ਦੀ ਗੱਲ ਨਹੀਂ ਸੁਣਦੇ। ਇਸ ਲਈ ਲੀਡਰਸ਼ਿਪ ਦੇ ਲਈ ਅਥੋਰਿਟੀ ਓਰੀਐਂਟਡ ਪ੍ਰੋਸੈਸ ਹੋਣਾ ਜ਼ਰੂਰੀ ਹੈ। ਹੁਣ ਆਪਾਂ ਆਪਣੇ ਪ੍ਰਧਾਨ ਮੰਤਰੀ ਹੋ ਗਏ ਜਾਂ ਆਪਣੇ MLA ਹੋ ਗਏ ਜਾਂ ਬਿਜ਼ਨਸ ਯੂਨਿਟਸ ਵਿੱਚ ਕੋਈ ਬਿਜ਼ਨਸ ਦਾ ਓਨਰ ਹੋਵੇ, ਉਹਦੀਆਂ ਗੱਲਾਂ ਕਿਉਂ ਮੰਨਦੇ? ਕਿਉਂਕਿ ਆਪਾਂ ਨੂੰ ਪਤਾ ਆ ਕਿ ਅਗਰ ਅਸੀਂ ਕੁਛ ਵੀ ਰੋਂਗ ਕਰਾਂਗੇ ਤਾਂ ਇਹਦੇ 'ਤੇ ਸਾਡਾ ਨੈਗੇਟਿਵ ਜਿਹੜਾ ਇਸ ਚੀਜ਼ ਦਾ ਨੁਕਸਾਨ ਸਾਨੂੰ ਹੀ ਹੋਊਗਾ। ਠੀਕ ਆ, ਇਸੇ ਤਰ੍ਹਾਂ ਲੀਡਰਸ਼ਿਪ ਸਟਾਈਲ ਪੜ੍ਹਨੇ ਆਪਾਂ। ਕਿੰਨੇ ਤਰ੍ਹਾਂ ਦੇ ਲੀਡਰ ਹੋ ਸਕਦੇ ਆ। ਆਟੋਕ੍ਰੈਟਿਕ ਲੀਡਰ ਉਹ ਹੁੰਦਾ ਹੈ ਜਿਹੜਾ ਇਹ ਅਸਿਊਮ ਕਰਦਾ ਕਿ ਜਿਹੜੇ ਸਬੋਰਡੀਨੇਟ ਆ ਉਹਦੇ ਆਗਿਆਕਾਰੀ ਆ, ਜੋ ਫੈਸਲਾ ਲਊਗਾ ਉਹ ਉਹਨਾਂ ਨੂੰ ਮੰਨਣਾ ਹੀ ਪੈਣਾ ਹੈ। ਉਹ ਸਬੋਰਡੀਨੇਟ ਦੇ ਇਨੀਸ਼ੀਏਟਿਵ ਜਾਂ ਸੁਜੈਸ਼ਨ ਕਦੇ ਨਹੀਂ ਲੈਂਦਾ। ਲਿਖਿਆ ਹੈ ਨੋ ਸੁਜੈਸ਼ਨ ਨੋ ਇਨੀਸ਼ੀਏਟਿਵ ਸਬੋਰਡੀਨੇਟ ਦੀ। ਰੇਨ ਫਰੀ ਸਟਾਈਲ ਜਾਂ ਕਹਿ ਲਓ ਲੇਜ਼ ਫਰੀ ਸਟਾਈਲ, ਇਹਦੇ ਵਿੱਚ ਕੀ ਹੁੰਦਾ ਜਿਹੜਾ ਮੈਕਸੀਮਮ ਫਰੀਡਮ ਦਿੱਤੀ ਜਾਂਦੀ ਹੈ ਸਬੋਰਡੀਨੇਟ ਨੂੰ ਕਿ ਤੁਸੀਂ ਆਪਣੀਆਂ ਪੋਲਿਸੀਜ਼ ਬਣਾਓ, ਆਪਣੇ ਮੈਥਡ ਬਣਾਓ, ਉਸ ਅਕੋਰਡਿੰਗ ਕੰਮ ਕਰੋ। ਅਗਰ ਤੁਹਾਨੂੰ ਕਦੇ ਵੀ ਕਿਸੇ ਵੀ ਟਾਈਮ ਮੇਰੀ ਹੈਲਪ ਦੀ ਲੋੜ ਪਈ ਤਾਂ ਮੈਂ ਤੁਹਾਡੀ ਹੈਲਪ ਕਰਨ ਲਈ ਤਿਆਰ ਹੋਊਂਗਾ, ਜਾਂ ਜੇ ਕਦੇ ਕੋਈ ਪ੍ਰੋਬਲਮ ਆਈ ਤਾਂ ਮੈਂ ਤੁਹਾਡੀ ਹੈਲਪ ਕਰੂੰਗਾ, ਅਦਰਵਾਈਜ਼ ਮੈਂ ਤੁਹਾਡੇ ਕੰਮ ਦੇ ਵਿੱਚ ਇੰਟਰਫੇਅਰ ਨਹੀਂ ਕਰੂੰਗਾ। ਇਹ ਆਪਣੀ ਫਰੀ ਲੀਡਰਸ਼ਿਪ ਹੈ। ਉਸ ਤੋਂ ਬਾਅਦ ਡੈਮੋਕ੍ਰੈਟਿਕ ਜਾਂ ਪਾਰਟੀਸਪੇਟਿਵ, ਇਹਦਾ ਮਤਲਬ ਜਦੋਂ ਵੀ ਮੈਂ ਕੋਈ ਫੈਸਲਾ ਲੈਣਾ ਆ ਤਾਂ ਮੈਂ ਜਿਹੜੇ ਆਪਣੇ ਇੰਪਲੋਈਜ਼ ਆ ਉਹਨੂੰ ਪਾਰਟੀਸਪੇਟ ਕਰਾਉਣਾ ਆ, ਜਾਂ ਕੋਈ ਵੀ ਡਿਸੀਜਨ 'ਚ ਉਹਨੂੰ ਪਾਰਟੀਸਪੇਟ ਕਰਾਉਣਾ, ਉਹਦੇ ਵਿਊਜ਼ ਲੈਣੇ ਆ। ਜਿਹੜੀ ਚੀਜ਼ ਸਭ ਚਾਹੁੰਦੇ ਹੋਣਗੇ ਉਹ ਹੋਊਗੀ। ਆਪਣੇ ਡੈਮੋਕ੍ਰੈਟਿਕ ਲੀਡਰਸ਼ਿਪ ਆ ਇੰਡੀਆ 'ਚ ਵੀ। MP MLA ਸਾਰੇ ਆਪਣੇ ਜਿਹੜੇ ਵਿਧਾਨ ਸਭਾ ਜਾਂ ਲੋਕ ਸਭਾ 'ਚ ਜਾ ਕੇ ਵੋਟਾਂ ਪਾਉਂਦੇ ਆ ਔਰ ਉਹਦੇ ਮੁਤਾਬਿਕ ਹੀ ਫੈਸਲਾ ਲਿਆ ਜਾਂਦਾ ਹੈ। ਮੈਕਸੀਮਮ ਹਮੇਸ਼ਾ ਮੈਜੋਰਿਟੀ ਵਿਨ ਕਰਦੀ ਹੈ। ਇਸੇ ਤਰ੍ਹਾਂ ਅਗਰ ਕੋਈ ਲੜਾਈ ਝਗੜਾ ਹੋ ਰਿਹਾ, ਕੋਈ ਕੰਪਰੋਮਾਈਜ਼ ਕਰਨਾ ਹੋਵੇ, ਠੀਕ ਆ, ਤਾਂ ਵੀ ਉਹ ਪਾਰਟੀਸਪੇਟਿਵ ਜਾਂ ਡੈਮੋਕ੍ਰੈਟਿਕ ਮੈਨੇਜਮੈਂਟ ਹੀ ਫੋਲੋ ਕਰਦੇ ਨੇ ਤਾਂ ਜੋ ਦੋਨਾਂ ਪਾਰਟੀਆਂ ਦੇ ਵਿਊ ਸੁਣੇ ਜਾਣ। ਮਿਊਚੁਅਲ ਕੰਸੈਂਟ ਦੇ ਨਾਲ ਜੋ ਫੈਸਲਾ ਹੋਊਗਾ ਉਹ ਲੈ ਲਿਆ ਜਾਂਦਾ ਹੈ। ਕਦੇ ਵੀ ਫੈਸਲਾ ਜਿਹੜਾ ਥੋਪਿਆ ਨਹੀਂ ਜਾਂਦਾ। ਇਹਦੇ 'ਚ ਆਪਾਂ ਇੰਪਲੋਇਜ਼ ਦੀ ਪਾਰਟੀਸਪੇਸ਼ਨ ਵੀ ਲੈਣੀ ਹੈ, ਇੰਪਲੋਇਜ਼ ਨੂੰ ਇਨਕਰੇਜ ਵੀ ਕਰਨਾ ਕਿ ਆਪਣਾ ਵਿਊ ਪੁਆਇੰਟ ਦੇਣ ਅਤੇ ਉਹਨਾਂ ਦੇ ਮੁਤਾਬਿਕ ਜਿਹੜੀ ਚੀਜ਼ ਮੈਕਸੀਮਮ ਲੋਕ ਕਹਿਣਗੇ ਉਹੀ ਕਰਨੀ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਪੜ੍ਹਾਉਣ ਤੋਂ ਪਹਿਲਾਂ ਪੁੱਛਿਆ ਸੀ ਕਿ ਜ਼ੂਮ 'ਤੇ ਕਰਨਾ ਜਾਂ ਤੁਸੀਂ YouTube 'ਤੇ ਚਾਹੁੰਦੇ ਹੋ। ਮੈਕਸੀਮਮ ਨੇ YouTube ਕਿਹਾ ਤਾਂ ਮੈਂ ਓਬਵੀਅਸਲੀ YouTube 'ਤੇ ਹੀ ਟੀਚ ਕਰਾਂਗੇ। ਬਟ ਹਾਂ, ਬਹੁਤ ਸਾਰੇ ਐਸੇ ਵੀ ਨੇ ਜਿਹੜੇ ਮੂੰਹ 'ਤੇ ਨਹੀਂ ਬੋਲਦੇ, ਪਿੱਠ 'ਤੇ ਬੋਲਦੇ ਨੇ। ਠੀਕ ਆ, ਸੋ ਉਹ ਚੀਜ਼ ਨੂੰ ਆਪਾਂ ਇਸ ਮੈਥਡ 'ਚ ਵੀ ਖ਼ਤਮ ਨਹੀਂ ਕਰ ਸਕਦੇ। ਡੈਮੋਕ੍ਰੈਟਿਕ ਲੀਡਰਸ਼ਿਪ 'ਚ ਆਪਾਂ ਸਿਰਫ ਇਨਕਰੇਜ ਕਰ ਸਕਦੇ ਹਾਂ ਕਿ ਹਰੇਕ ਬੰਦਾ ਸਾਹਮਣੇ ਆਵੇ, ਆਪਣਾ ਵਿਊ ਪੁਆਇੰਟ ਰੱਖੇ ਅਤੇ ਉਹਦੇ ਮੁਤਾਬਿਕ ਹੀ ਕੰਮ ਕੀਤਾ ਜਾਵੇ। ਜੋ ਮੈਜੋਰਿਟੀ ਹੋਊਗੀ ਉਹ ਫੈਸਲਾ ਲਿਆ ਜਾਊਗਾ। ਔਰ ਇਹ ਮਿਊਚੁਅਲ ਟਰਸਟ ਜ਼ਰੂਰੀ ਹੈ। ਇਹਦੇ 'ਚ ਅਸੀਂ ਇੱਕ ਦੂਜੇ ਟਰਸਟ ਕਰਦੇ ਹਾਂ ਕਿ ਹਾਂ ਅਸੀਂ ਇੱਕ ਦੂਜੇ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ। ਉਸ ਤੋਂ ਬਾਅਦ ਪੈਟਰਨਲਿਸਟਿਕ ਸਟਾਈਲ। ਪੈਟਰਨਲਿਸਟਿਕ ਸਟਾਈਲ ਮੀਨਸ ਜਿਵੇਂ ਤੁਹਾਡੇ ਫਾਦਰ ਮਦਰ ਜਿਹੜੇ ਫੈਮਿਲੀ ਨੂੰ ਟਰੀਟ ਕਰਦੇ ਨੇ, ਉਸੇ ਤਰ੍ਹਾਂ ਇੱਕ ਪੈਟਰਨਲਿਸਟਿਕ ਲੀਡਰ ਹੈ ਜਿਹੜਾ ਇੱਕ ਫਾਦਰ ਦੀ ਤਰ੍ਹਾਂ ਆਪਣੇ ਸਬੋਰਡੀਨੇਟ ਨੂੰ ਟਰੀਟ ਕਰੂਗਾ। ਉਹ ਉਹਨਾਂ ਨੂੰ ਗਾਈਡ ਵੀ ਕਰੂਗਾ, ਪ੍ਰੋਟੈਕਟ ਵੀ ਕਰੂਗਾ, ਉਹਦੀ ਹੈਲਪ ਵੀ ਕਰੂਗਾ ਜਿੱਥੇ ਲੋੜ ਪਊਗੀ। ਠੀਕ ਆ, ਅਤੇ ਉਹਦਾ ਇੱਕ ਕੀ ਕਹਿੰਦੇ ਸਲਾਹਕਾਰ ਬਣ ਕੇ ਕੰਮ ਕਰੂਗਾ। ਠੀਕ ਆ, ਉਸ ਤੋਂ ਬਾਅਦ ਆਪਣੇ ਕੋਲ ਕੀ ਆ ਫਾਰਮਲ ਲੀਡਰ। ਫਾਰਮਲ ਲੀਡਰ ਕਿਹੜਾ ਹੁੰਦਾ ਵਾ ਜਿਹੜੀ ਕਿਸੇ ਅਥੋਰਿਟੀ ਕਰਕੇ ਸਾਨੂੰ ਲੀਡ ਕਰ ਰਿਹਾ, ਜਿਵੇਂ IAS ਆਫਿਸਰ ਲੀਡ ਕਰਦੇ ਨੇ ਕਿਸੇ ਮਹਿਕਮੇ ਨੂੰ, ਜਾਂ ਇੱਕ ਬਿਜ਼ਨਸ ਯੂਨਿਟ ਦੇ ਵਿੱਚ ਇੱਕ ਬਿਜ਼ਨਸ ਦਾ ਓਨਰ ਲੀਡ ਕਰਦਾ ਆ। ਠੀਕ ਹੈ, ਫਾਰਮਲ ਸਟਰਕਚਰ ਹੈ ਜਦੋਂ ਕਿਸੇ ਨੂੰ ਗਾਈਡਲਾਈਨ ਲੀਡ ਕਰਨ ਦੀ ਪਾਵਰ ਮਿਲਦੀ ਸਿਰਫ ਉਹਦੀ ਜੋਬ ਕਰਕੇ। ਇਨਫੋਰਮਲ ਲੀਡਰ ਵੀ ਮੈਂ ਪਹਿਲਾਂ ਦੱਸ ਚੁੱਕਿਆ, ਜਿਹੜੇ ਤੁਸੀਂ ਚੁਣ ਲੈਂਦੇ ਹੋ ਉਹੀ ਐਗਜ਼ਾਮਪਲ ਦੁਬਾਰਾ ਲੈ ਲਿਓ। ਲੀਡਰਸ਼ਿਪ ਦੇ ਫੰਕਸ਼ਨ ਕੀ ਹੁੰਦੇ, ਲੀਡਰਸ਼ਿਪ ਕਿਉਂ ਬਣਾਈ ਜਾਂਦੀ ਹੈ ਐਂਟਰਪ੍ਰੇਨਿਓਰ ਦੇ ਦੌਰਾਨ, ਤਾਂ ਜੋ ਜਿਹੜੇ ਗੋਲ ਆ ਉਹ ਸੈੱਟ ਕੀਤੇ ਜਾ ਸਕਣ ਸਭ ਦੀ ਸਹਿਮਤੀ ਦੇ ਨਾਲ, ਅਤੇ ਉਸ ਗੋਲ ਨੂੰ ਅਚੀਵ ਕਰਨ ਦੇ ਲਈ ਸਬੋਰਡੀਨੇਟ ਨੂੰ ਮੋਟੀਵੇਟ ਕੀਤਾ ਜਾਵੇ। ਉਸ ਤੋਂ ਬਾਅਦ ਆਰਗੇਨਾਈਜ਼, ਜਿਹੜੀ ਆਰਗੇਨਾਈਜੇਸ਼ਨ ਆ ਉਹ ਲੀਡਰਸ਼ਿਪ ਹੀ ਕਰਦਾ ਹੈ, ਗੋਲ ਸੈੱਟ ਕਰਦਾ ਹੈ, ਹਰੇਕ ਦੀ ਰਿਸਪੋਂਸੀਬਿਲਿਟੀ ਡਿਸਾਈਡ ਕਰ ਦਿੰਦਾ ਹੈ, ਰੋਲ ਡਿਸਾਈਡ ਕਰ ਦਿੰਦਾ ਹੈ, ਦੱਸ ਦਿੰਦਾ ਕਿਹਨੇ ਕੀ ਕਰਨਾ ਹੈ, ਟਾਸਕ ਅਚੀਵਮੈਂਟ ਫਿਰ ਚੈੱਕ ਕਰਦਾ ਹੈ ਤਾਂ ਜੋ ਗੋਲ ਅਚੀਵ ਹੋਣਗੇ ਜਾਂ ਨਹੀਂ। ਆਰਗੇਨਾਈਜੇਸ਼ਨ ਦੀ ਫੀਚਰ ਹੀ ਲਿਖਣੇ ਆ ਕਿ ਆਈਡੈਂਟੀਫਾਈ ਕਰਨਾ ਹੈ ਕੰਮ ਉਹਨੇ, ਉਸ ਤੋਂ ਬਾਅਦ ਕੰਮ ਹਰੇਕ ਦੇ ਵਿੱਚ ਡਿਵਾਈਡ ਕਰ ਦੇਣਾ। ਉਸ ਤੋਂ ਬਾਅਦ ਇਨੀਸ਼ੀਏਟਿੰਗ ਦਾ ਐਕਸ਼ਨ, ਫਿਰ ਮੈਂ ਐਕਸ਼ਨ ਲਈ ਹਰੇਕ ਬੰਦੇ ਨੂੰ ਮੋਟੀਵੇਟ ਕਰਨਾ ਹੈ, ਪੂਰੇ ਗਰੁੱਪ ਨੂੰ, ਕਿ ਤੁਸੀਂ ਜਿਹੜਾ ਐਕਸ਼ਨ ਆ ਉਹ ਲੈਣਾ ਆ, ਕਦੇ ਵੀ ਕਿਸੇ ਦੂਜੇ ਦੇ ਡਿਸੀਜਨ 'ਤੇ ਡਿਪੈਂਡ ਨਹੀਂ ਰਹਿਣਾ, ਨਵੇਂ ਆਈਡੀਆਜ਼ ਲੈ ਕੇ ਆਉਣੇ ਆ। ਠੀਕ ਆ, ਲੀਡਰਸ਼ਿਪ ਨੂੰ ਮੋਟੀਵੇਟ ਕੀਤਾ ਜਾਂਦਾ ਆ ਕਿ ਉਹ ਨਵਾਂ ਫੈਸਲਾ ਲੈ ਕੇ ਆਵੇ, ਕੋਈ ਨਵਾਂ ਵਿਊ ਲੈ ਕੇ ਆਵੇ, ਨਵੀਂ ਜਜਮੈਂਟ ਲੈ ਕੇ ਆਵੇ ਜਿਹਦੇ ਨਾਲ ਆਰਗੇਨਾਈਜੇਸ਼ਨ ਨੂੰ ਫਾਇਦਾ ਹੋ ਸਕੇ। ਕੋਆਰਡੀਨੇਸ਼ਨ ਵੀ ਲੀਡਰ ਹੀ ਕਰਾਉਂਦਾ ਹੈ। ਇੱਕ ਲੀਡਰ ਅਸਲੀ ਉਹੀ ਹੁੰਦਾ ਜਿਹੜਾ ਆਪਣੀ ਪੂਰੀ ਆਰਗੇਨਾਈਜੇਸ਼ਨ ਦੇ ਵਿੱਚ ਹਰੇਕ
ਨਾਲ ਕੋਆਪਰੇਟ ਕਰ ਸਕੇ ਅਤੇ ਬਾਕੀਆਂ ਨੂੰ ਵੀ ਕੋਆਪਰੇਟ ਕਰਨ ਲਈ ਮੋਟੀਵੇਟ ਕਰ ਸਕੇ। ਡਾਇਰੈਕਸ਼ਨ ਮੋਟੀਵੇਸ਼ਨ ਮੈਨੂੰ ਲੱਗਦਾ ਦੱਸਣ ਦੀ ਲੋੜ ਆ। ਮੇਨਟੇਨਿੰਗ ਕੋਆਰਡੀਨੇਟ ਰਿਲੇਸ਼ਨ ਵਿਦ ਵਰਕਰ, ਲੀਡਰ ਉਹੀ ਬਣ ਸਕਦਾ ਹੈ ਜਿਹੜਾ ਵਧੀਆ ਰਿਲੇਸ਼ਨ ਆਪਣੇ ਵਰਕਰ ਨੂੰ ਬਣਾਊਗਾ, ਕਿਉਂਕਿ ਲੀਡਰਸ਼ਿਪ ਤਾਂ ਹੀ ਐਗਜ਼ਿਸਟ ਕਰਦੀ ਹੈ ਅਗਰ ਕੋਈ ਉਹਨੂੰ ਫੋਲੋ ਕਰੂਗਾ, ਔਰ ਫੋਲੋਅਰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਰਿਲੇਸ਼ਨ ਕੀ ਬਣਾਈਏ ਵਧੀਆ। ਉਸ ਤੋਂ ਬਾਅਦ ਕੁਆਲਿਟੀਜ਼ ਆਫ ਐਂਟਰਪ੍ਰੇਨਿਓਰ ਐਜ਼ ਅ ਗੁੱਡ ਲੀਡਰ, ਪਰਸਨੈਲਿਟੀ ਟਰੇਟ ਕਿਹੜੇ ਨੇ? ਪਰਸਨਲ ਟਰੇਟ, ਡਾਇਨਾਮਿਕ ਪਰਸਨੈਲਿਟੀ, ਜਿਹੜਾ ਪਰਸਨ ਅਕੋਰਡਿੰਗ ਟੂ ਦ ਸਿਚੁਏਸ਼ਨ ਆਪਣੇ ਆਪ ਨੂੰ ਚੇਂਜ ਕਰ ਸਕਦਾ ਆ, ਠੀਕ ਆ। ਚਾਰਮਿੰਗ ਪਰਸਨੈਲਿਟੀ ਹੈ, ਖੁਸ਼ ਰਹਿੰਦਾ ਹੈ, ਚੇਅਰਫੁਲ ਰਹਿੰਦਾ ਆ, ਕੂਲ ਟੈਂਪਰਾਮੈਂਟ ਦਾ, ਛੇਤੀ ਗੁੱਸਾ ਨਹੀਂ ਆਉਂਦਾ, ਆਸ਼ਾਵਾਦੀ ਆ, ਉਹ ਡਾਇਨਾਮਿਕ ਪਰਸਨੈਲਿਟੀ ਦੇ ਵਿੱਚ ਆਉਂਦਾ ਹੈ। ਇੰਟੈਲੈਕਚੁਅਲ ਕਪੈਸਿਟੀ, ਕਿ ਉਹ ਬੰਦਾ ਇੰਨਾ ਕੁ ਇੰਟੈਲੀਜੈਂਟ ਹੋਣਾ ਚਾਹੀਦਾ ਆ ਕਿ ਹਰੇਕ ਚੀਜ਼ ਨੂੰ ਇੰਟਰਪ੍ਰੇਟ ਕਰ ਸਕੇ ਅਤੇ ਸਹੀ ਫੈਸਲਾ ਲੈ ਸਕੇ। ਇਨੀਸ਼ੀਏਟਿਵ, ਕਿ ਉਹ ਬੰਦਾ ਆਪਣੇ ਆਪ ਹਰੇਕ ਕੰਮ ਦੇ ਇਨੀਸ਼ੀਏਟਿਵ ਲੈ ਕੇ ਕਰਨ ਵਾਲਾ ਨਹੀਂ ਚਾਹੀਦਾ। ਇਹ ਨਹੀਂ ਕਿ ਕੋਈ ਉਹਨੂੰ ਆ ਕੇ ਕਹੂਗਾ ਤਾਂ ਉਹ ਕੰਮ ਕਰੂਗਾ। ਉਹ ਆਪਣੇ ਆਪ ਨਵੇਂ ਨਵੇਂ ਆਈਡੀਆ ਲੈ ਕੇ ਆਉਂਦਾ, ਉਸ ਨਵੇਂ ਆਈਡੀਆ ਨੂੰ ਟਰਾਈ ਕਰਦਾ, ਦੇਖਦਾ ਕਿ ਬੈਨੀਫਿਟ ਹੋਇਆ ਕਿ ਨਹੀਂ, ਲੋਕਾਂ ਦਾ ਕੋਆਪਰੇਸ਼ਨ ਕਰਾਉਣ ਦੀ ਤਿਆਰੀ ਕਰਦਾ ਹੈ ਜਾਂ ਕੋਸ਼ਿਸ਼ ਕਰਦਾ ਹੈ। ਫੋਰਸਾਈਟ ਮਤਲਬ ਦੂਰ ਅੰਦੇਸ਼ੀ, ਉਹਨੇ ਹਮੇਸ਼ਾ ਫੈਸਲਾ ਇੱਦਾਂ ਲੈਣਾ ਕਿ ਉਹਦਾ ਲੌਂਗ ਟਰਮ ਪ੍ਰੋਫਿਟ ਜਾਂ ਲਾਸ ਦੇਖ ਕੇ। ਇਮੋਸ਼ਨਲ ਸਟੇਬਿਲਿਟੀ, ਉਹ ਜ਼ਿਆਦਾ ਛੇਤੀ ਆਪਣਾ ਬੈਲੈਂਸ ਲੂਜ਼ ਨਾ ਕਰੇ, ਇਮੋਸ਼ਨਲੀ ਸਟੇਬਲ ਰਹੇ, ਨਾ ਛੇਤੀ ਗੁੱਸਾ ਆਉਣਾ, ਨਾ ਛੇਤੀ ਮਤਲਬ ਖੁਸ਼ ਹੋ ਜਾਣਾ ਕਿਸੇ ਤੋਂ, ਸਟੇਬਲ ਰਹੂਗਾ ਉਹ। ਫਲੈਕਸੀਬਿਲਿਟੀ ਤਾਂ ਉਹੀ ਆ ਕਿ ਅਕੋਰਡਿੰਗ ਟੂ ਸਿਚੁਏਸ਼ਨ ਆਪਣੇ ਆਪ ਨੂੰ ਚੇਂਜ ਕਰ ਲਵੇ। ਅਗਰ ਉਹਨੂੰ ਲੱਗਦਾ ਕਿ ਉਹਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ ਤਾਂ ਉਹ ਵੀ ਅਕੋਰਡਿੰਗ ਟੂ ਸਿਚੁਏਸ਼ਨ ਚੇਂਜ ਕਰੂਗਾ। ਸੈਂਸ ਆਫ ਰਿਸਪੋਂਸੀਬਿਲਿਟੀ, ਆਪਾਂ ਵੀ ਪੜ੍ਹ ਲਿਆ ਕਿ ਲੀਡਰ ਉਹੀ ਬਣ ਸਕਦਾ ਜਿਸ 'ਚ ਰਿਸਪੋਂਸੀਬਿਲਿਟੀ ਬੇਅਰ ਕਰਨ ਦੀ क्षमता ਹੋਵੇ। ਉਹ ਇਹ ਮੰਨੇ ਕਿ ਜੇ ਗਲਤ ਹੋਇਆ ਤਾਂ ਉਹ ਵੀ ਮੇਰੇ ਕਰਕੇ, ਜੇ ਸਹੀ ਹੋਇਆ ਤਾਂ ਉਹ ਵੀ ਮੇਰੇ ਕਰਕੇ। ਇੱਕ ਉੱਚੇ ਕਰੈਕਟਰ ਦਾ ਬੰਦਾ ਹੋਣਾ ਚਾਹੀਦਾ ਉਹ, ਮੈਨ ਆਫ ਕਰੈਕਟਰ, ਟਰੁਥਫੁਲ ਹੋਵੇ, ਓਨੈਸਟ ਹੋਵੇ, ਵਧੀਆ ਕੰਡਕਟ ਹੋਵੇ, ਉਹਨੂੰ ਪਤਾ ਹੋਵੇ ਕਿਸ ਤਰ੍ਹਾਂ ਲੋਕਾਂ ਨਾਲ ਡੀਲ ਕਰਨਾ ਹੈ। ਉਸ ਤੋਂ ਬਾਅਦ ਐਂਟਰਪ੍ਰੇਨਿਓਰਲ ਟਰੇਟਸ ਵੀ ਨੇ। ਟੈਕਨੋਲੋਜੀਕਲ ਨੌਲੇਜ, ਜਿਸ ਫਰਮ ਦੇ ਵਿੱਚ ਉਹ ਲੀਡ ਕਰਨਾ ਚਾਹੁੰਦਾ ਉਹਨੂੰ ਉਸ ਫਰਮ ਦੀ ਹਰੇਕ ਟੈਕਨੀਕਲ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਕਿ ਪ੍ਰੋਡਕਟ ਪ੍ਰੋਡਿਊਸ ਕਿਵੇਂ ਹੁੰਦੇ ਆ, ਪਰਚੇਜ਼ ਕਿਵੇਂ ਕੀਤੇ ਜਾਂਦੇ ਆ, ਕਿੱਥੋਂ ਕਿੱਥੋਂ ਪ੍ਰੋਡਕਟ ਲਿਆਏ ਜਾਂਦੇ ਨੇ, ਸਾਰਾ ਕੁਛ। ਉਸ ਤੋਂ ਬਾਅਦ ਆਰਗੇਨਾਈਜੇਸ਼ਨ ਐਬਿਲਿਟੀ, ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਫੀਚਰਸ ਦੇ ਵਿੱਚ। ਐਬਿਲਿਟੀ ਟੂ ਡੀਲ ਵਿਦ ਅਦਰਸ, ਇਹ ਵੀ ਆਪਾਂ ਕਰ ਲਏ ਆ। ਐਬਿਲਿਟੀ ਟੂ ਜੱਜ ਐਂਡ ਡਿਸਾਈਡ ਪ੍ਰੋਮਪਟਲੀ, ਉਹ 'ਚ ਇੰਨੀ ਕੁ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਹਰੇਕ ਚੀਜ਼, ਹਰੇਕ ਸਿਚੁਏਸ਼ਨ, ਹਰੇਕ ਪਰਸਨ ਨੂੰ ਜੱਜ ਕਰੇ ਅਤੇ ਉਸ ਤੋਂ ਬਾਅਦ ਫੈਸਲਾ ਆਪਣਾ ਉਸੇ ਟਾਈਮ ਲੈ ਸਕੇ, ਉਹਨੂੰ ਜ਼ਿਆਦਾ ਮਤਲਬ ਟਾਈਮ ਨਾ ਲੱਗੇ। ਫਿਰ ਗਾਈਡ ਦੇ ਡਾਇਰੈਕਟ ਆਪਾਂ ਕਰ ਚੁੱਕੇ ਹਾਂ। ਇਨਕਰੇਜ ਕਰਨਾ, ਟੀਮ ਵਰਕ, ਉਹੀ ਕੋਆਪਰੇਸ਼ਨ ਆ, ਠੀਕ ਆ। ਔਰ ਇਹਦੇ ਨਾਲ ਜਿਹੜਾ ਲੀਡਰਸ਼ਿਪ ਦਾ ਚੈਪਟਰ ਆ ਉਹ ਤਕਰੀਬਨ ਪੂਰਾ ਆ। ਔਰ ਮੇਰੇ ਮੁਤਾਬਿਕ ਤੁਸੀਂ ਜਿਹੜਾ ਬਾਕੀ ਚੈਪਟਰ ਜਿਵੇਂ ਨੀਡ, ਇੰਪੋਰਟੈਂਸ, ਉਹ ਕਰ ਸਕਦੇ ਹੋ। ਲਿਕਟ ਦਾ ਲੀਡਰਸ਼ਿਪ ਸਟਾਈਲ ਦਿੱਤਾ ਆ, ਉਹ ਮੈਂ ਤੁਹਾਨੂੰ ਕਰਾ ਦਿੰਦਾ। ਚਲੋ, ਐਕਸਪਲੋਟੇਟਿਵ ਅਥਾਰਟੀ, ਇਹ 'ਚ ਕੀ ਆ, ਉਹ ਆਟੋਕ੍ਰੈਟਿਕ ਆ, ਸਾਰੇ ਫੈਸਲੇ ਲਊਗਾ ਔਰ ਇਹ ਅਜ਼ਿਊਮ ਕਰਦਾ ਕਿ ਜਿਹੜਾ ਰਿਲੇਸ਼ਨ ਆ ਉਹ ਇੱਕ ਮਾਸਟਰ ਦਾ ਅਤੇ ਇੱਕ ਸਰਵੈਂਟ ਦੇ ਤੌਰ 'ਤੇ ਆ। ਉਹ ਇੱਕ ਦੂਜੇ 'ਤੇ ਟਰਸਟ ਨਹੀਂ ਕਰਨਗੇ, ਜੋ ਮਤਲਬ ਉਹ ਚਾਹੁੰਦਾ ਆ ਉਹੀ ਚੀਜ਼ ਉਹ ਦੂਜਿਆਂ ਤੋਂ ਕਰਵਾਊਗਾ। ਐਕਸਪਲੋਇਟ ਕਰੂਗਾ, ਐਕਸਪਲੋਟੇਟਿਵ ਅਥਾਰਟੀ ਹੈ, ਮਤਲਬ ਜਿਸ ਤਰ੍ਹਾਂ ਉਹ ਚਾਹੂਗਾ ਉਸੇ ਤਰ੍ਹਾਂ ਹੀ ਇੰਪਲੋਈਜ਼ ਨੂੰ ਉਹਦੇ ਡੀਲ ਕਰਨਾ ਪੈਂਦਾ। ਬੈਨੀਵੋਲੈਂਟ ਦਾ ਮਤਲਬ ਕੀ ਆ, ਇਹ ਵੀ ਆਟੋਕ੍ਰੈਟਿਕ ਹੀ ਨੇ ਇੱਕ ਤਰ੍ਹਾਂ ਦੇ, ਬਟ ਜਿਹਦੇ ਕੋਲ ਅਥਾਰਟੀ ਪੂਰੀ ਹੁੰਦੀ, ਥੋੜ੍ਹੀ ਬਹੁਤ ਲਿਬਰਟੀ ਦਿੰਦਾ ਆ ਇੰਪਲੋਈਜ਼ ਨੂੰ ਕਿ ਉਹ ਅਕੋਰਡਿੰਗ ਟੂ ਦ ਸਿਚੁਏਸ਼ਨ ਕੰਮ ਕਰ ਸਕਣ। ਉਹ ਦੱਸ ਦਿੰਦਾ ਕਿ 5 ਤੋਂ 10 ਦੇ ਵਿੱਚ ਪ੍ਰੋਡਕਟ ਬਣਾ ਲਓ। ਐਕਸਪਲੋਟੇਟਿਵ ਕਹਿੰਦਾ ਜੇ 10 ਕਿਹਾ ਤਾਂ 10 ਹੀ ਬਣੇ ਚਾਹੀਦੇ। ਇਹ ਫ਼ਰਕ ਹੈ ਇਹਨਾਂ ਦੋਨਾਂ ਦੇ ਵਿੱਚ। ਉਸ ਤੋਂ ਬਾਅਦ ਕੰਸਲਟੇਟਿਵ, ਮਤਲਬ ਕਿ ਫੈਸਲਾ ਕੌਣ ਲਊਗਾ, ਲੀਡਰ ਹੀ, ਬਟ ਉਹ ਬਸ ਇੱਕ ਵਾਰੀ ਕੰਸਲਟ ਕਰੂਗਾ ਕਿ ਮੈਂ ਆਹ ਚੀਜ਼ ਕਰ ਲਾਂ ਜਾਂ ਨਹੀਂ ਕਰਨੀ। ਟੂ ਵੇ ਕਮਿਊਨੀਕੇਸ਼ਨ ਆ, ਸਿਰਫ ਵਿਊ ਪੁਆਇੰਟ ਲਊਗਾ, ਉਹਨਾਂ ਦੇ ਵਿਊ ਪੁਆਇੰਟ ਨੂੰ ਲਾਗੂ ਕਰੂਗਾ ਜਾਂ ਨਹੀਂ ਉਹ ਉਹਨਾਂ ਦੀ ਮਰਜ਼ੀ। ਡੈਮੋਕ੍ਰੈਟਿਕ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੈਜੋਰਿਟੀ ਹੋਊਗੀ ਉਹਦਾ ਹੀ ਫੈਸਲਾ ਲਾਗੂ ਕੀਤਾ ਜਾਂਦਾ ਹੈ। ਜੇ ਤੁਸੀਂ ਆਹ ਪੜ੍ਹਨਾ ਹੈ ਤਾਂ ਇੱਕ ਵਾਰ ਮੈਂ ਪੜ੍ਹਾ ਦਿੰਦੇ ਹਾਂ। ਇਹ 'ਚ ਟਰਸਟ ਵਗੈਰਾ ਜਿਹੜਾ ਸੁਪੀਰੀਅਰ ਆ ਸਬੋਰਡੀਨੇਟ 'ਤੇ ਨਹੀਂ ਕਰਦਾ, ਠੀਕ ਆ। ਇਹਦੇ ਵਿੱਚ ਉਹਨੂੰ ਪੂਰਾ ਟਰਸਟ ਹੁੰਦਾ ਆ, ਪਰ ਉਹ ਬਸ ਉਹਦੇ 'ਤੇ ਕੌਨਫੀਡੈਂਸ ਨਹੀਂ ਹੁੰਦਾ ਕਿ ਉਹ ਕੰਮ ਕਰੂਗਾ ਕਿ ਨਹੀਂ। ਬੈਨੀਵੋਲੈਂਟ ਦੇ ਵਿੱਚ ਇਹ 'ਚ ਉਹਨੂੰ ਕੰਪਲੀਟ ਕੌਨਫੀਡੈਂਸ ਨਹੀਂ ਹੁੰਦਾ, ਥੋੜ੍ਹਾ ਬਹੁਤ ਕੌਨਫੀਡੈਂਸ ਹੁੰਦਾ ਹੈ, ਕੰਸਲਟ ਕਰਦਾ ਬਸ ਉਹਨੂੰ। ਇਹਦੇ ਵਿੱਚ ਉਹਨੂੰ ਕੰਪਲੀਟ ਕੌਨਫੀਡੈਂਸ ਹੁੰਦਾ ਹੈ। ਇਹ 'ਚੋਂ ਕਦੇ ਵੀ ਇੰਪਲੋਈਜ਼ ਨਾਲ ਡਿਸਕਸ ਨਹੀਂ ਕਰਦਾ। ਇਹਦੇ ਵਿੱਚ ਥੋੜ੍ਹਾ ਬਹੁਤ ਕਰਦਾ ਬਟ ਫਰੀਲੀ ਡਿਸਕਸ ਨਹੀਂ ਕਰਦਾ। ਇਹਦੇ ਵਿੱਚ ਫਰੀ ਫੀਲ ਹੋ ਕੇ ਡਿਸਕਸ ਕਰਦਾ ਬਟ ਉਹਨਾਂ ਦੇ ਫੈਸਲੇ ਨੂੰ ਲਾਗੂ ਕਰੂਗਾ ਜਾਂ ਨਹੀਂ ਇਹ ਉਹਦੀ ਮਰਜ਼ੀ। ਇਹਦੇ 'ਚ ਉਹ ਡਿਸਕਸ ਵੀ ਕਰਦਾ ਅਤੇ ਫੈਸਲਾ ਵੀ ਮੈਜੋਰਿਟੀ ਨਾਲ ਲਿਆ ਜਾਂਦਾ। ਇਹਦੇ ਵਿੱਚ ਉਹ ਬਹੁਤ ਹੀ ਰੇਅਰ ਆਪਣੀਆਂ ਪ੍ਰੋਬਲਮਸ ਆ ਜਿਹੜਾ ਐਕਸਪਲੋਟੇਟਿਵ ਦੇ ਵਿੱਚ ਦੱਸਦਾ ਹੈ ਇੰਪਲੋਈਜ਼ ਨੂੰ। ਇਹਦੇ ਵਿੱਚ ਉਹ ਆਈਡੀਆਸ ਅਤੇ ਓਪੀਨੀਅਨ ਲੈਣ ਦੀ ਕੋਸ਼ਿਸ਼ ਕਰਦਾ ਆ, ਠੀਕ ਆ। ਅਤੇ ਜਿਹੜਾ ਕੰਸਲਟੇਟਿਵ ਆ ਉਹ 'ਚੋਂ ਓਪੀਨੀਅਨ ਲਊਗਾ ਬਟ ਲਾਗੂ ਆਪਣੀ ਇੱਛਾ ਦੇ ਨਾਲ ਹੀ ਕਰੂਗਾ। ਉਸ ਤੋਂ ਬਾਅਦ ਇਹਦੇ ਵਿੱਚੋਂ ਓਪੀਨੀਅਨ ਵੀ ਲਊਗਾ, ਕੰਸਟਰਕਟਿਵ ਓਪੀਨੀਅਨ ਵੀ ਲਊਗਾ, ਅਤੇ ਜੋ ਡਿਸੀਜਨ ਬੈਟਰ ਹੋਊਗਾ ਅਕੋਰਡਿੰਗ ਟੂ ਦ ਮੈਜੋਰਿਟੀ ਉਹੀ ਡਿਸੀਜਨ ਲਾਗੂ ਕੀਤੇ ਰਹੂਗਾ। ਈਜ਼ੀ ਆ,
ਕਰ ਲਿਓ ਚੈਪਟਰ।